किरिया नहीं बंद नवारे, नहीं अज्ञान को मूल अखाड़े। किरिया माना जेड़ा कोई करतब करके बनाई जाने की जावे उसनों किरिया क्या किरिया शक्ति है जेड़ी ये माया विशिष्ट दी है ते भोग शक्ति है जेड़ी ये बुद्धि विशिष्ट दी है। जो माया विशिष्ट दी शक्ति है क्रिया इसमें कोई राग और द्वेष नहीं गा, चंगा नहीं माड़ा नहीं अपना नहीं पराया नहीं। जेड़ी बुद्धि विशिष्टता विज्ञान है ये अपना पराया चंगा माड़ा इत्यादक ये प्रतीत करांगा। ਹੁਣ ਇਸ ਤੋਂ ਅੱਗੇ ਅਸੀਂ ਚੱਲਣਾ ਸਮਸ਼ਟੀ ਦੁਨੀਆ में। ਸਮਸ਼ਟੀ ਦੁਨੀਆ ਦੇ ਵਿੱਚ ਜਿਹੜਾ ਚੰਗਾ ਮਾੜਾ ਆਪਣਾ ਪਰਾਇਆ ਇਹ ਮਾਲਮ ਪੜਦਾ। ਜਿਸ ਨੂੰ ਇਹ ਮਾਲਮ ਪੜਦਾ ਉਸ ਨੂੰ ਸਮਝੋ ਕਿ ਇਹ ਬੁੱਧੀ ਵਿਸ਼ਿਸ਼ਟ ਦੇ ਵਿਗਿਆਨ ਨੂੰ ਮੁੱਖ ਰੱਖਦਾ ਹੈ ਤੇ ਮਾਇਆ ਵਿਸ਼ਿਸ਼ਟ ਦੇ ਗਿਆਨ ਨੂੰ ਮੁੱਖ ਨਹੀਂ ਰੱਖਦਾ। ਜਿਹਨੇ ਮਾਇਆ ਵਿਸ਼ਿਸ਼ਟ ਦੇ ਗਿਆਨ ਨੂੰ ਸਮਝਿਆ ਉਹਦੇ ਲਈ ਆਪਣਾ ਪਰਾਇਆ ਚੰਗਾ ਮਾੜਾ ਦੁਐਤ ਭਾਵ ਸਭ ਰੱਦ ਹੋ ਜਾਂਦੇ। ਤਾਂ ਇਹ ਅਸੀਂ ਲੋਕ ਜਿੰਨੇ ਦੇਸ਼ ਦੁਨੀਆ ਵਿੱਚ ਵਸਦੇ ਹਾਂ ਇਹ ਆਪਣੇ ਆਪਣੇ ਵਿਗਿਆਨ ਨੂੰ ਟਟੋਲਣ ਪੜਚੋਲਣ ਵੀ ਕਿ ਮੇਰੇ ਵਿਗਿਆਨ ਦੇ ਵਿੱਚ ਮੈਨੂੰ ਇਹ ਆਪਣਾ ਪਰਾਇਆ ਚੰਗਾ ਮਾੜਾ ਮਾਲਮ ਪੜਦਾ ਕਿ ਨਹੀਂ। ਤਾਂ ਜੇ ਇਹ ਮਾਲਮ ਪੜਦਾ ਹੈ ਤਾਂ ਸਮਝੇ ਵੀ ਈਸ਼ਵਰ ਦੇ ਨਾਲ ਹੁੰਦਿਆਂ ਵੀ ਤੁਸੀਂ ਉਹਨੂੰ ਜਾਣ ਨਾ ਸਕੇ ਕਿ ਜਿਹੜੀ ਸਮਸ਼ਟੀ ਮਾਇਆ ਵਿਸ਼ਿਸ਼ਟ ਦੀ ਸ਼ਕਤੀ ਹੈ ਤਾਕਤ ਹੈ ਗਿਆਨ ਹੈ ਉਹਦੇ ਵਿੱਚ ਆਪਣਾ ਪਰਾਇਆ ਕੋਈ ਨਹੀਂ। ਉਹ ਮਾਇਆ ਵਿਸ਼ਿਸ਼ਟ ਦੇ ਸਰੂਪ ਨੂੰ ਸੰਤਾਂ ਨੇ ਕਿ ਗੁਰੂਆਂ ਨੇ ਇਹ ਕਹਿ ਕੇ ਬੋਲਿਆ ਕਿ ਉਹ ਇੱਕ ਹੈ। ਤਾਂ ਹੁਣ ਅਸੀਂ ਵੇਖੋ ਵੀ ਜਿੰਨੇ ਸਾਡੇ ਲੋਕ ਹਨ ਉਹ ਆਪਣੇ ਆਪਣੇ ਵਿਗਿਆਨ ਨੂੰ ਜਾਗਰਤ ਕਰਨ ਕਿ ਵੀ ਤੈਨੂੰ ਚੰਗਾ ਮਾੜਾ ਆਪਣਾ ਪਰਾਇਆ ਮਾਲਮ ਪੈਂਦਾ ਕਿ ਨਹੀਂ। ਤੋ ਜੇ ਇਹ ਕਹਿੰਦਾ ਜੇ ਮੈਨੂੰ ਤਾਂ ਚੰਗਾ ਮਾੜਾ ਮਾਲਮ ਨਹੀਂ ਪੜਦਾ तो फिर तुम एक बुद्धि विशिष्ट में तिरस्कार करके नाल हुंदे माया विशिष्ट का समर्थन करता ते जे तो अपनी महिमा लई कहना है भी मैनू तो जी चंगा माड़ा नहीं मालूम पड़ता तो फिर तू झूठ बोलदा है। एक तो तेनों पहला ही द्वैत घेरी बैठी एक तो नवे संस्कार होर पाई जाना कि जी मैनू तो कोई चंगा माड़ा नहीं लगता। तो जे तो तेनों ज्ञान द्वारा चंगा माड़ा नहीं लगता तो तेनों कोट कोट प्रणाम है तेनों सलाम है।
ਤੇ ਜੇ ਝੂਠ ਨਾ ਕਹਿਣਾ ਵੀ ਜੀ ਮੈਨੂੰ ਤਾਂ ਕੁਛ ਵੀ ਨਹੀਂ ਚੰਗਾ ਮਾੜਾ ਲੱਗਦਾ, ਤੇ ਅੰਦਰੋਂ ਇਉਂ ਆ, ਜਿਹੜਾ ਅੰਦਰੋਂ ਏਦਾਂ ਲੱਗਦਾ ਹੈ ਉਹ ਸੰਸਕਾਰ ਤੇਰਾ ਵੱਧਦਾ ਜਾਂਦਾ ਹੈ। ਤਾਂ ਉਹਨੂੰ ਕੀ ਕਿਹਾ ਗੁਰੂਆਂ ਨੇ, ਸੰਤਾਂ ਨੇ? ਗੁਰੂ ਸੰਤ ਕਹਿੰਦੇ ਜਾਣ ਕੇ ਭੀਤਰ ਹੈ ਅੰਤਰ। ਇਹ ਬਾਹਰ ਮੁਖ ਦੁਆਰਾ ਬੋਲਣ ਨਾਲ ਅੰਤਰ ਨਹੀਂ ਚੱਕੀਦਾ। ਫਰਕ ਦੁਆਇਤ ਲੱਗਦੀ ਹੈ। ਤਾਂ ਉਹਨੂੰ ਕੀ ਕਿਹਾ ਗੁਰੂਆਂ ਨੇ, ਸੰਤਾਂ ਨੇ? ਕਿ ਜਾਣ ਕੇ ਭੀਤਰ ਹੈ ਅੰਤਰਾ, ਜੈਸੇ ਪਸ਼ੂ ਤੈਸੇ ਉਹ ਨਰ। ਹੁਣ ਵੇਖੋ, ਧਰਮੀ ਲੋਕ ਹੈ ਜਿਹੜੇ, ਇਹ ਆਪਣੇ ਆਪਣੇ ਵਿਗਿਆਨ ਨੂੰ ਪੜਚੋਲਣ ਵੀ ਤੁਹਾਨੂੰ ਫਰਕ ਲੱਗਦਾ ਹੈ ਕਿ ਨਹੀਂ। ਤਾਂ ਜੇ ਫਰਕ ਲੱਗਦਾ ਤਾਂ ਗੁਰੂਆਂ ਨੇ ਤੁਹਾਡੇ ਫਰਕ ਤੇ ਮੋਹਰ ਵੀ ਲਾਈ ਹੈ, ਸਵੀਕ੍ਰਿਤੀ ਦਿੱਤੀ ਕਿ ਜੈਸੇ ਪਸ਼ੂ ਤੈਸੇ ਉਹ ਨਰ। ਤਾਂ ਪਸ਼ੂ ਹੈ ਜਿਹੜਾ, ਅਖਵਾਉਣ ਨੂੰ ਕੋਈ ਤਿਆਰ ਨਹੀਂ, ਪਰ ਗੁਰੂ ਲੋਕ ਇਹ ਬੋਲਦੇ ਹੈ ਵੀ ਇਹ ਪਸ਼ੂ ਦੇ ਤੁੱਲ ਹੈ। ਤਾਂ ਆਪ ਪਸ਼ੂ ਨੂੰ ਅਖਵਾਉਣਾ ਨਹੀਂ ਚਾਹੁੰਦੇ, ਤਾਂ ਫਿਰ ਇਹ ਕਿ ਭਈ ਆਪਣੇ ਕਰਤੱਵ ਕਿਰਿਆ ਨੂੰ ਬਦਲਣਾ ਪਏਗਾ, ਮੋੜਨਾ ਪਏਗਾ। ਇਸ ਕਰਕੇ ਅਸੀਂ ਇਹ ਵੇਖਣਾ ਵੀ ਜਿਵੇਂ ਸਾਗ ਸਬਜ਼ੀਆਂ ਦੀ, ਅੰਨ ਦਾਣੇ ਦੀ ਮੰਡੀ ਲੱਗਦੀ ਹੈ, ਇਸੇ ਤਰ੍ਹਾਂ ਦੇਸ ਦੁਨੀਆ ਦੇ ਵਿੱਚ ਗੁਰੂਆਂ ਸੰਤਾਂ ਦੀ ਵੀ ਮੰਡੀ ਲੱਗਦੀ ਹੈ। ਤਾਂ ਇਸ ਮੰਡੀ ਚੋਂ ਜਾ ਕਰਕੇ ਜਿਵੇਂ ਲੋਕ ਸਾਗ ਸਬਜ਼ੀ ਖਰੀਦਦੇ, ਉਹ ਲੋਕ ਗੁਰੂ ਖਰੀਦਦੇ ਆ ਵੀ ਇਹ ਗੁਰੂ ਮੇਰਾ ਹੈ, ਇਹ ਗੁਰੂ ਮੇਰਾ ਹੈ। तो ये हो गया कि वे गुरुआं दे भी बोली लगती है, मैं बोली लगती। वो कहता बाणी दियां गल्लां नूं लोकां दे कंन च पाउंदा है। गुरुआ दा के तन मन धन सब सौंप गुर को, वो तन मन धन आप सौंपदा मैनू सौंपो। ਤਾਂ ਇਹ ਹੋ ਗਿਆ ਤਨ ਮਨ ਹੈ ਜਿਹੜਾ, ਤਨ ਹੈ ਇਹ ਸਰੀਰ ਪੰਜਾਂ ਭੂਤਾਂ ਦਾ ਹੈ, ਇਹ ਗੁਰੂ ਨੇ ਆਪਣੇ ਕਬਜ਼ੇ ਚ ਕਰ ਲਿਆ। ਮਨ ਸੇ ਜਿਹੜਾ ਉਹ ਵੀ ਗੁਰੂ ਨੇ ਆਪਣੇ ਕਬਜ਼ੇ ਚ ਕਰ ਲਿਆ, ਤੇ ਜਿਹੜਾ ਧਨ ਹੈ ਉਹ ਵੀ ਗੁਰੂ ਨੇ ਆਪਣੇ ਕਬਜ਼ੇ ਚ ਕਰ ਲਿਆ। ਤਾਂ ਇਹ ਗਿਆ ਕਿ ਇਹ ਮੰਡੀ ਚੋਂ ਇਹਨੇ ਗੁਰੂ ਖਰੀਦਿਆ। ਓਏ ਭਲਿਓ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ, ਮਨ ਸੁਤੰਤਰ ਹੈ ਵਿਵੇਕ ਕਰਨ ਦੇ ਵਿੱਚ, ਚੰਗੇ ਮਾੜੇ ਨੂੰ ਇਹ ਵਿਵੇਕ ਕਰਦਾ, ਤੇ ਇਹ ਗੁਰੂ ਨੇ ਖਰੀਦ ਲਿਆ ਵੀ ਜੋ ਗੁਰੂ ਜੀ ਕਹਿੰਦੇ ਉਹੋ ਹੀ ਕਰਨਾ, ਮੈਂ ਆਪਣੀ ਸੋਚ ਨਹੀਂ ਵਰਤਣੀ। ਜਦੋਂ ਲੋਕ ਬੱਚੇ ਸਕੂਲਾਂ ਚ ਪੜ੍ਹਦੇ ਆ, ਉਹ ਉੱਥੋਂ ਸਬਕ ਮਾਸਟਰ ਉਹਨਾਂ ਨੂੰ ਕੁਛ ਸੁਣਾਉਂਦੇ ਆ, ਉਹ ਆ ਕੇ ਮੰਨਣ ਕਰਦੇ ਆ, ਆਪਣੇ ਵਿਗਿਆਨ ਚ ਢਾਲਦੇ ਆ ਨਿਆਣੇ ਬੱਚੇ ਜਿਹੜੇ ਸਕੂਲ ਦੇ ਸਿਖਾਰਥੀ ਆ। ਇਹ ਇੱਕ ਵਾਰ ਨਹੀਂ ਜੀ, ਗੁਰੂ ਜੀ ਨੇ ਕਹਿਤਾ। ਹੁਣ ਐਸੇ ਤਰ੍ਹਾਂ ਹੀ ਲੱਗੇ ਹੈ, ਕਈ ਐਸੇ ਹੈ ਨਾ ਗੁਰੂਆਂ ਦੇ ਦਰਸ਼ਨ ਕੀਤੇ, ਨਾ ਗੁਰੂਆਂ ਤੋਂ ਕੋਈ ਬੋਲ ਸੁਣਿਆ,
ਤੇ ਐ ਮੰਨੇ ਆਉਂਦੇ ਆ ਕਿਉਂਕਿ ਇਹ ਮੇਰੇ ਦਾਦਿਆਂ ਦਾ ਵੀ ਗੁਰੂ ਇਹ ਸੀ। ਉਹਨਾਂ ਨੇ ਬੁੱਧੀ, ਮੇਰੇ ਦਾਦੇ ਦੀ ਬੁੱਧੀ ਮਨ ਵੀ ਗੁਰੂ ਦੇ ਹੱਥ 'ਚ ਸੀ। ਮੇਰੇ ਦਾਦੇ ਦੀ ਮਾਂ-ਬਾਪ ਦਾ ਮਨ, ਬੁੱਧੀ, ਧਨ ਵੀ ਗੁਰੂ ਦੇ ਹੱਥ 'ਚ ਸੀ। ਤੇ ਮੈਂ ਵੀ ਗੁਰੂ ਦੇ ਹੱਥ 'ਚ ਹੀ ਫੜਾਉਣਾ ਹੈ। ਤਾਂ ਗੁਰੂ ਦੇ ਹੱਥ 'ਚ ਨੇ ਮਨ ਆਪਣਾ ਨੇ ਫੜਾਉਣਾ। ਗੁਰੂ ਦੇ ਵਿਗਿਆਨ ਨੂੰ ਆਪਣੇ ਹੱਥ 'ਚ ਲਓ। ਵੀ ਉਹ ਕੀ ਕਹਿੰਦੇ ਸੀ, ਆਪਣੀ ਬੁੱਧੀ में ਵਿਚਾਰੋ। ਤਾਂ ਇੱਥੋਂ ਸਾਨੂੰ ਇਹ ਮਿਲਦਾ ਹੈ ਵੀ ਕਈਆਂ ਗੁਰੂਆਂ ਦੇ ਡਰ ਦੇ ਮਾਰੇ ਚੇਲੇ ਲੜੇ ਨਾਲ ਲੱਗੇ ਹੋਏ। ਤਾਂ ਗੁਰੂ ਦਾ ਮਤਲਬ ਤਾਂ ਇਹ ਸੀ ਕਿ ਨਿਰਭੈ ਕਰਨ ਵਾਸਤੇ। ਤੇ ਤੁਸੀਂ ਗੁਰੂਆਂ ਤੋਂ ਡਰਦੇ ਆ। ਤਾਂ ਅੰਤ ਨੂੰ ਇਹ ਹੋ ਗਿਆ ਕਿ ਵੀ ਤੁਸੀਂ ਨਿਰਭੈ ਹੋਣਾ ਸੀ ਕਿ ਡਰ ਦੇ ਅਧੀਨ ਹੋਣਾ ਸੀ। ਸਭੀ ਲੋਕ ਬਈ ਸੱਤਾ ਆਇਆ ਇੰਨੀ ਤਰੀਕ ਨੂੰ ਗੁਰੂਆਂ ਨੇ ਕਿਹਾ ਹਮਾ ਕੇ ਪਹੁੰਚੋ। ਤੇ ਸਣੇ ਨਿਆਣੇ ਸਾਰੇ ਦੇ ਸਾਰੇ ਪਰਿਵਾਰ ਉੱਥੇ ਆਪੜਦੇ ਜਿੱਥੇ ਗੁਰੂ ਸੱਦਦੇ ਆ। ਪਰ ਤੁਸੀਂ ਵਿਗਿਆਨ ਨਹੀਂ ਕਰਨਾ ਆਪਣਾ। ਅਸੀਂ ਵਿਗਿਆਨ ਇਸ ਲਈ ਨਹੀਂ ਕਰਦੇ ਕਿ ਸਾਨੂੰ ਇਹ ਵੀ ਦੱਸਿਆ ਹੋਇਆ ਹੈ ਕਿ ਜਦੋਂ ਦੇ ਡੇਰੇ ਜਾਂਦੇ ਆ ਉਦੋਂ ਦੇ ਦੋਵੇਂ ਤਾਂ ਬਹੁਆਂ ਨੂੰ ਨੌਕਰੀ ਮਿਲ ਗਈ ਤੇ ਦੋਨੋਂ ਮੁੰਡਿਆਂ ਨੂੰ ਨੌਕਰੀ ਮਿਲ ਗਈ। ਤੇ ਜਿਹੜੇ ਪੋਤਰੇ ਵੱਡੇ ਹੋਏ ਫਿਰਦੇ ਅਸੀਂ ਤਾਂ ਨੇ ਵੀ ਇਹ ਵੀ ਨੌਕਰੀ ਲੱਗ ਜਾਣ। ਵੀ ਗੁਰੂ ਕੋਈ ਮਿਨਿਸਟਰ ਹੈ ਜਿਹਦੇ ਕੋਲੇ ਤਾਕਤ ਹੈ ਨੌਕਰੀ ਦੇਣ ਦੀ। ਇਹ ਜਿਨ੍ਹਾਂ ਨੂੰ ਅਧਿਕਾਰ ਹੈ, ਕੋਈ ਪਾਵਰ ਰੱਖਦੇ ਆ, ਇਹ ਨੌਕਰੀ ਉਹਨਾਂ ਦੇ ਹੱਥ 'ਚ ਹੈ। ਤਾਂ ਇੱਥੋਂ ਇਹ ਹੋ ਗਿਆ, ਗੁਰੂ ਕਹਿੰਦੇ ਆ ਵੀ ਆ ਦੇਖ ਲੋ ਜੀ, 3 ਲੱਖ ਤਾਂ ਮੇਰੇ ਮਨ ਚੇਲੇ ਹੈਗੇ ਆ ਜਿਹੜੇ ਮੇਰੀ ਲਿਸਟ 'ਚ ਹੈ ਤੇ ਅਣਪਛਾਤੇ ਵੀ ਹੈਗੇ ਆ। ਤਾਂ ਇੱਥੋਂ ਸੰਤਾਂ ਨੇ ਕਿਹਾ ਜਿਹੜੇ ਅਸਲ ਗੁਰੂ ਆ ਉਹ ਇਹਨਾਂ ਨੂੰ ਕਹਿੰਦੇ ਆ ਕਿ ਗੁਰਲੋਭੀ ਸਿੱਖ ਲਾਲਚੀ ਦੋਨੋਂ ਖੇਡਣ ਦਾ। ਗੁਰੂ ਵੀ ਤਾਂ ਖੇਡਦੇ ਆ। ਸਾਡੇ ਸੰਤ ਹੈ ਜੀ, ਉਹ ਮੱਥਾ ਨਹੀਂ ਟਿਕਾਉਂਦੇ। ਜਿਹੜੀ ਮਹਿਮਾ ਹੈ ਸਾਡੇ ਸੰਤ ਹੈ ਜੀ, ਉਹ ਮੱਥਾ ਨਹੀਂ, ਪੈਰੀਂ ਹੱਥ ਨਹੀਂ ਲਵਾਉਂਦੇ ਤੇ ਗੁਪਤ ਰੂਪ ਚ ਗੋਲ ਚ ਜਿੰਨੇ ਮਰਜੀ ਪਾ ਦਿਓ। ਤੋ ਸੰਤ ਲੋਕ ਜਿਹੜੇ ਡੇਰੇ ਗੁਰਦੁਆਰੇ ਹੈ ਉਹ ਗੋਲ ਕਮੂਦੇ ਕਿਉਂ ਨਹੀਂ ਮਾਰ ਦਿੰਦੇ ਵੀ ਇਹਦੇ ਚ ਕੁਛ ਨਹੀਂ ਪਾਉਣਾ। ਇਹ ਹੈ ਕਿ ਦੋਨੋਂ ਗੁਰਲੋਭੀ ਸਿੱਖ ਲਾਲਚੀ ਦੋਨੋਂ ਖੇਡਣ ਦਾਵ ਤੇ ਡੋਬ ਜਾਏਂਗੇ ਬਾਵਰੇ बैठ पत्थर की नाव। गुरुओं तो डरे हुए लोग अज भी गुरु है नहीं। गुरुओं दे इत्थे जी गुरु बैठे सी, इत्थे जी गुरु खंगे सी, इत्थे गुरुओं ने ऐ कीता सी ते वो थां सुंघदे फिरदे लोग, थां सुंघदे भी। थोनों गुरुओं ने ज्ञान की दिता। गुरु गोबिंद सिंह ने चाहे आप कहा चाहे अपने कवियां तो कहाया, जिस तो मर्जी कहाया कहा, पर उन्होंने वचन सच्चा बोलिया सी। जड़ा
ਉਹਨਾਂ ਨੇ ਕਿਹਾ ਸੀ ਕਿ ਗੌਰ ਮੜੀ ਮੱਠ ਭੋਲ ਨਾ ਮਾਨ। ਗੌਰ ਮੈਨਾ ਕਵਰ, ਮੜੀ ਮੈਨਾ ਕਿ 150 ਇੱਟ ਨਾਲ ਚਿਮਟੀ, ਤੇ ਮੱਠ 10-20,000 50,000 ਇੱਟ ਦਾ ਬਣਾਤਾ ਚਿਣਕੇ। ਇਹਨਾਂ ਨੂੰ ਅਸੀਂ ਸੰਗਿਆ ਆਪਣੀ ਦੇਤੀ, ਕਿਸੇ ਨੂੰ ਗੁਰਦੁਆਰੇ ਦੀ ਸੰਗਿਆ ਦੇਤੀ, ਕਿਸੇ ਨੂੰ ਡੇਰੇ ਦੀ ਸੰਗਿਆ ਦੇਤੀ, ਕਿਸੇ ਨੇ ਆਸ਼ਰਮ ਦੇ ਨਾਂ ਦੇਤਾ। ਪਰ ਜਿਸ ਗੁਰੂ ਦੇ ਅਸੀਂ ਸਿੱਖ ਹਾਂ, ਆਪਣੇ ਮਨ ਚ ਪੜਚੋਲੋ, ਉਹਨੇ ਕਹਿ ਕੇ ਗੌਰ ਮੜੀ ਮੱਠ ਭੋਲ ਨਾ ਮਾਨੇ। ਜਾਣ ਕੇ ਤਾਂ ਕੀ, ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ। ਤੇ ਮੱਠਾਂ 'ਚ ਫਿਰਦੇ ਅਕਨਾ ਗੋਡੇ ਮੱਥੇ ਰਗੜਦੇ। ਕਿਸ ਗੁਰੂ ਨੂੰ ਮੰਨਦੇ ਆ ਤੁਸੀਂ? ਇੱਕ ਨਹੀਂ ਅਨੇਕਾਂ। ਇਹ ਹੈ ਵੀ ਬਾਣੀ ਹੈ ਜਿਹੜੀ, ਸ਼ਾਸਤਰ ਵੇਦ ਹੈ ਜਿਹੜੇ, ਇਹ ਤੁਹਾਨੂੰ ਇਸ ਜਨਮ ਤੇ ਭਟਕਣਾ ਤੇ ਕਰੋੜਾਂ ਕਰੋੜਾਂ ਇਹ ਚੇਦਾਤਮ ਜੂਨਾਂ ਦੇ ਵਿੱਚ ਕਸ਼ਟ ਭੋਗੇਗਾ। ਉਹ ਤੋਂ ਬਚਾਉਣ ਲਈ ਗੁਰੂ ਲੋਕਾਂ ਦੇ ਇਹ ਗ੍ਰੰਥਾਂ 'ਚ ਉਪਦੇਸ਼ ਹੈ। ਇਹਨਾਂ ਉਪਦੇਸ਼ਾਂ ਨੂੰ ਅਸੀਂ ਸਲਾਮਤੀ ਕੀ ਸਹਿਮਤ ਰੱਖਿਆ। ਤੂੰ ਮੱਥਾ ਟੇਕੇ? ਹਾਂ ਮੈਂ ਤਾਂ ਟੇਕਿਆ। ਆਸਮਾਨ ਝੋਲੇ ਸਾਨੂੰ ਫੜਾ ਜਾ ਤੇ ਤੂੰ ਮੱਥਾ ਟੇਕਿਆ। ਮੱਥੇ ਟੇਕਣ ਤਾਈਂ ਸੀਮਤ ਰਹਿ ਗਏ ਤੁਸੀਂ। ਕੋਈ ਗਿਆਨ ਵਗਾਨ ਕੀ ਪ੍ਰਾਪਤ ਕੀਤਾ? ਇਹ ਆਖਿਆ ਵੀ ਮੈਂ ਮੱਠਾਂ 'ਚ ਧੱਕੇ ਨਹੀਂ ਖਾਊਂਗਾ। ਇਹ ਤਾਂ ਨਾਂ ਦਿੱਤਾ। ਮੜੀ ਵੀ, ਗੁਰਦੁਆਰਾ ਵੀ, ਮੰਦਿਰ ਵੀ, ਇਹ ਐਸ ਮਿੱਟੀ ਤੇ ਬਣੇ ਆ ਤੇ ਮਿੱਟੀ ਚੋਂ ਹੀ ਬਣੇ ਆ ਤੇ ਮਿੱਟੀ 'ਚ ਹੀ ਮਿਲ ਜਾਣੇ। ਤੂੰ ਉਸ ਸਤਾ ਨੂੰ ਜਾਣਦਾ ਜਿਹੜੀ ਸਤਾ ਦੇ ਆਸਰੇ ਮਿੱਟੀ ਧਰਤੀ ਹੈ, ਜਿਸ ਸਤਾ ਦੇ ਆਸਰੇ ਸਾਰੇ ਸਮੁੰਦਰ ਜਲ ਹੈ, ਜਿਸ ਸਤਾ ਦੇ ਆਸਰੇ ਸਾਰੀ ਅਗਨੀ ਹੈ, ਜਿਸ ਸਤਾ ਦੇ ਆਸਰੇ ਵਾਯੂ ਆਕਾਸ਼ ਹੈ, ਜਿਸ ਸਤਾ ਦੇ ਆਸਰੇ ਵਿਕਿਰਤੀ ਹੈ, ਜਿਸ ਸਤਾ ਦੇ ਆਸਰੇ ਪ੍ਰਕਿਰਤੀ ਹੈ, ਜਿਸ ਸਤਾ ਦੇ ਆਸਰੇ ਸਹਿਬੀਜ ਸਤਾ ਹੈ, ਤੇ ਉਹ ਜਿਹੜੀ ਨਿਰਬੀਜ ਸਤਾ ਹੈ, ਉਹ ਸਤਾ ਨੂੰ ਪਛਾਣਿਆ ਕਿ ਨਹੀਂ? ਮੱਠਾਂ 'ਚ ਧੱਕੇ ਖਾਂਦੇ ਆ, ਉਹਨੂੰ ਪਛਾਣੋ ਸਤਾ ਨੂੰ, ਜਿਹਨੂੰ ਉਹ ਕੀ ਹੈ ਕਿ ਉਹਨੂੰ ਕਿਵੇਂ ਪਛਾਣਨਾ ਜੀ? ਉਹ ਐਸੇ ਵੀ ਛੋਟੇ ਛੋਟੇ ਸਰੀਰ ਰਹੇ, ਕਿਤੇ ਅਕਸ ਮਾਤਰ 'ਚ ਜਹਾਜ਼ ਲੰਘ ਜਾਂਦਾ ਤੋ ਜਵਾਕ ਭੱਜ ਭੱਜ ਕੇ ਖੇਡਦੇ ਤਾਂ ਉਂਗਲਾਂ ਕਰਦੇ, ਉਹ ਜਾਂਦਾ ਉਹ ਜਾਂਦਾ। ਉਹ ਜਾਂਦੇ 'ਚ ਨਹੀਂ ਪਛਾਣਨੇ ਸਤਾ ਵੀ ਉਹ ਸਤਾ, ਉਹ ਜਾਂਦੀ ਸਤਾ। ਉਹ ਸਤਾ ਨੂੰ ਪਛਾਣਨਾ, ਪਛਾਣੋ ਕਿਸ ਰੂਪ 'ਚ ਪਹਿਚਾਣਿਆ? ਉਹ ਸਤਾ ਨੂੰ ਜਿਹੜੀ ਪਛਾਣ ਲਓਗੇ ਤੇ ਆ ਜੀਵਨ ਮੁਕਤ ਦੀ ਇਸ ਸਰੀਰ ਦੇ ਵਿੱਚ ਵੀ ਤੁਸੀਂ ਮੁਕਤ ਰੂਪ 'ਚ ਹੋ ਕੇ ਬੈਠੋਗੇ। ਅੱਗੇ ਲਈ ਤੁਹਾਡਾ ਕहीं ਜਾਣਾ ਨਹੀਂ, ਕहीं ਆਉਣਾ ਨਹੀਂ। ਇਹ ਹੋਏਗਾ ਕਿ ਫਿਰ ਕਈ ਕਹਿੰਦੇ ਫਿਰ ਕੀ ਫਾਇਦਾ ਜੀ ਜਦੋਂ ਕੋਈ ਸੁੱਖ ਸਵਾਦ ਨਾ ਲੈ। ਓਏ ਭਲਿਓ, ਜਿਹੜੇ ਸੁੱਖ ਸਵਾਦ ਹੈ ਜਦੋਂ ਤੁਸੀਂ ਸੌਂ ਜਾਂਦੇ ਆ, ਉਹਦੇ 'ਚ ਕੀ ਤੁਹਾਡੇ ਕੋਲੇ ਕੋਈ ਔਰਤ ਨਹੀਂ, ਕੋਈ ਬੇਟਾ ਬੇਟੀ ਕੋਈ ਨਹੀਂ, ਕੋਈ ਭੈਣ ਭਰਾ ਕੋਈ ਨਹੀਂ, ਕੋਈ ਧਨ ਕੋਈ ਨਹੀਂ, ਕੋਈ ਪਦਾਰਥ ਹੈ ਕੋਈ ਪਦਾਰਥ ਨਹੀਂ। ਤੇ ਤੂੰ ਇਮਾਨਦਾਰੀ ਨਾਲ ਦੱਸ ਵੀ ਉੱਥੇ ਦੁਖੀ ਸਾਂ ਕਿ ਸੁਖੀ ਸਾਂ? ਤਾਂ ਸਾਰੇ ਕਹਿਣਗੇ
ਵੀ ਸੌਂ ਕੇ ਤਾਂ ਯਾਰ ਸੁਖੀ ਹੋ ਜਾਈਦਾ। ਤੂੰ ਤੇਰੀ ਇਹ ਹਾਲਾਤ ਹੋ ਜਾਏਗੀ ਤੋ ਜਨਮ ਮਰਨ ਤੋਂ ਲੈਣਾ ਕੀ ਹੈ? ਇਸ ਕਰਕੇ ਲੋਕ ਭਟਕ ਗਏ। ਜਿੱਥੇ ਵੀ ਹੈ ਕੋਈ ਉਹਨੂੰ ਖਿੱਚਦਾ ਵੀ ਆਓ ਸਾਡੇ ਕੋਲੇ, ਆਓ ਸਾਡੇ ਕੋਲੇ। ਕੋਈ ਇਹ ਨਹੀਂ ਕਹਿੰਦਾ ਵੀ ਸਾਡੇ ਕੋਲੇ ਮਤ ਆਉਣਾ ਮੁੜ ਕੇ। ਜੇ ਤੂੰ ਅੱਜ ਨਹੀਂ ਸਮਝ ਸਕਿਆ ਤਾਂ ਤੂੰ ਫੇਰ ਨਾ ਗੇੜੇ ਕੱਢੀ, ਤੂੰ ਸਮਝ ਨਹੀਂ ਪਾਏਗਾ। ਕਿਉਂ ਨਹੀਂ ਸਮਝ ਪਾਏਗਾ? ਤਾਂ ਇੱਥੇ ਉਹ ਡੇਰੇਦਾਰਾਂ ਨੂੰ, ਉਹ ਗੁਰੂਆਂ ਨੂੰ ਇਹ ਬਾਣੀ ਨੇ ਕਿਹਾ ਅਖੇ ਕੁੱਲਾਂ ਬਿੰਦੇ ਬਾਵਲ। ਇੱਕ ਤਾਂ ਸਰਬਤ ਦਾ ਤੁਹਾਡੇ ਮੂਹਰੇ ਜੱਗ ਧਰਦਾ ਹੈ, ਪੀਓ ਰੱਜ ਜੋ ਤਿਰਪਤ ਹੋ ਗਏ। ਤੇ ਇੱਕ ਕੁਰਲੀ ਚ ਜਿੰਨਾ ਕੁ ਆਉਂਦਾ ਦਿੰਦਾ ਕੁਰਲੀ, ਉਹ ਕੁਰਲੀ ਕਰੀ ਤੇ ਕੁਰਲੀ ਐ ਬਾਹਰ ਕੱਢਦੀ। ਇਹ ਕੁਰਲੀਆਂ ਦਿੰਦੇ ਇਹਨਾਂ ਨੂੰ ਨਾਮ ਦਾਨ ਦੀਆਂ। ਆਖੇ ਕੁੱਲਾਂ ਦਿੰਦੇ ਬਾਵਲੇ ਤੇ ਲੈਂਦੇ ਜਾਣ ਨੇ ਲੱਜ। ਚੂਹਾ ਖੱਡ ਨਾ ਮਾਵਸੇ ਤੇ ਪੁੱਛਲ ਬੰਨੇ ਛੱਜ। ਇਹ 2-2 ਲੱਖ ਦੇ 2.5 ਲੱਖ ਦੇ ਮਗਰ ਛੱਜ ਭਰੇ ਐ ਤੇ ਆਪ ਖੁੱਡ ਚ ਵੜਨ ਜੋਗੇ ਨਹੀਂ। ਕਿਉਂ? ਗਿਆਨ ਦੀਆਂ ਤਰੰਗਾਂ ਨੇ ਇਹਨਾਂ ਨੂੰ ਝੱਲੀਆਂ ਜਾਂਦੀਆਂ। ਸਾਡੇ ਮਿੱਤਰ ਸੀ ਸਰਦਾਰਾ ਰਾਮ, ਗਿਆਨੀ ਪੁਰਸ਼ ਸੀ, ਜੁੱਤੀ ਕੰਢ ਕੇ ਆਪਣਾ ਗੁਜ਼ਾਰਾ ਕਰਦੇ, ਕਿਸੇ ਤੋਂ ਕੁਛ ਨਾ ਲੈਂਦੇ। ਉਹ ਕਹਿੰਦੇ ਵੀ ਇਹ ਜਦੋਂ ਲੋਕ ਜਿਵੇਂ ਬੱਚੇ ਬੁੱਢੇ ਜਦੋਂ ਚੀਜ਼ਾਂ ਵੱਲ ਝਾਕਦੇ ਆ, ਉਦੋਂ ਇਹਨਾਂ ਦੀਆਂ ਅੱਖਾਂ ਖੁੱਲੀਆਂ ਔਰ ਨਿਰਣਾ ਕਰਦੇ ਆ ਵੀ ਲੈ ਲਓ ਆ ਵੀ ਯਾਰ ਸਸਤੀ ਹੈ, ਐਸੇ ਹੈ ਵੈਸੇ ਹੈ। ਤੇ ਜਦੋਂ ਸੂਰਜ ਵੱਲ ਝਾਕਦੇ ਆ ਉਦੋਂ ਅੱਖਾਂ ਬੰਦ ਹੋ ਜਾਂਦੀਆਂ ਹਰੇਕ ਦੀਆਂ। ਮਾਨਵ ਦਾਨਵ ਪਸ਼ੂ ਪੰਛੀ ਤੇ ਇਹਨਾਂ ਸਾਰਾਂ ਦੀਆਂ ਉਹ ਆਦਾ ਜਦੋਂ ਸਾਡੇ ਵੱਲ ਆਉਂਦੇ ਅਸੀਂ ਕਰੋੜ ਸੂਰਜ ਦਾ ਪ੍ਰਕਾਸ਼ ਮੈਂ ਬੈਠਾ ਤੇ ਜੇ ਤੁਹਾਡੇ ਕੋਲੇ ਆਉਂਦਾ ਤਾਂ ਕੋਈ ਨਹੀਂ। ਉਹ ਆਦਾ ਆਉਂਦਾ ਕਿਵੇਂ? ਅੱਖਾਂ ਵਿੱਚ ਜਾਂਦੀਆਂ, ਬੁੱਧੀ ਵਿੱਚ ਜਾਂਦੀ ਹੈ ਤੇ ਗਾਂ ਡੇਰੇਦਾਰਾਂ ਕੋਲੇ ਲੰਘ ਜਾਂਦੇ, ਉੱਥੇ ਜਾ ਕੇ ਬੁੱਧੀ ਖੁੱਲ ਜਾਂਦੀ। ਕਿਉਂ ਖੁੱਲਦੀ ਹੈ? ਉਹ ਭੋਗਾਂ ਦਾ ਪ੍ਰਦਰਸ਼ਨ ਕਰਦੇ ਆ, ਅਸੀਂ ਤੱਤਵ ਗਿਆਨ ਦਾ ਕਰਦੇ ਆ। ਮੰਦ ਬੁੱਧੀ ਵਾਲੇ ਦੀ ਬੁੱਧੀ ਹੈ ਉਹ ਵੇਖ ਕੇ ਤੱਤਵ ਗਿਆਨੀ ਨੂੰ ਮਿਟ ਜਾਂਦੀ ਹੈ। ਖੋਲਣੀ ਕਾਹਦੀ ਹੈ? ਇਸ ਕਰਕੇ ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂਗਾ, ਇਹ ਮੰਗਰ ਲੱਗੇ ਹੈ। ਅਸੀਂ ਮੈਨੂੰ ਕਹਿੰਦੇ ਵੀ ਤੁਸੀਂ ਗੁਰਦੁਆਰੇ ਜਾਣੇ, ਮੈਂ ਸੰਤਾਂ ਦਾ ਵੀ ਨਿਸ਼ੇਧ ਕਰ ਦਿੰਦਾ ਸਾਂ। ਮੇਰੇ ਗੁਰੂ ਜੀ ਕਰਦੇ ਸੀ ਵੀ ਸੰਤਾਂ ਦਾ ਨਿਸ਼ੇਧ ਕਿਵੇਂ ਕਰਦੇ ਆ? ਅਸੀਂ ਇਸ ਲਈ ਕਰਦੇ ਹਾਂ ਕਿ ਗੱਲਾਂ ਦੀਆਂ ਲੱਛੇਦਾਰ ਮਿੱਠੇ ਮਿੱਠੇ ਭਾਸ਼ਣ ਦੇਣੇ ਇਹ ਹੋਰ ਚੀਜ਼ ਹੈ। ਦਿੱਤੇ ਹੋਏ ਭਾਸ਼ਣ ਪਰ ਆਪਣਾ ਜੀਵਨ ਚਲਾਉਣਾ ਹੋਰ ਹੈ। ਸਿੱਖ ਪੰਥ ਹੈ ਜਿਹੜਾ, ਅਸੀਂ ਇੰਤਜ਼ਾਮ ਕਰਦੇ। ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਅੱਛੇ ਵਿਦਵਾਨ ਸੀ, ਬੜੀਆਂ ਉਹ वेदांत ਦੀਆਂ ਬਾਤਾਂ ਔਰ वेदांत ਨਾਲ ਮੇਲ ਕਰਕੇ ਬਾਣੀ ਦੀਆਂ ਕਥਾ ਗਾਥਾ ਸੁਣਾਉਂਦੇ। ਬਾਹਰ ਪ੍ਰਕਾਸ਼ ਕਰ ਦਿੰਦੇ ਮਹਾਰਾਜ ਦਾ,
ਤੇ ਅੰਦਰੋਂ ਬੰਦ ਕਰ ਦਿੰਦੇ ਕਵਾੜ। ਜਿੰਦਾ ਲੱਗ ਗਿਆ। ਮਹਾਰਾਜ ਇੱਥੇ ਬਾਹਰ ਖੁੱਲੇ ਪਲਾੜ ਚ ਮੰਜੀ ਸਾਹਿਬ ਤੇ ਪ੍ਰਕਾਸ਼ ਕਰਤਾ। ਤੇ ਉਹ ਜਦੋਂ ਸੰਤ ਆਉਂਦੇ ਉਹਨਾਂ ਦੇ ਨਾਲ ਹੋਰ ਵੀ ਸਿੰਘ 40 50 30 40 ਕੋਈ ਸ਼ਾਇਰੀ ਰਲ ਜਾਂਦੇ ਤਾਂ ਉਹ ਭੱਜੇ ਆਉਂਦੇ। ਪਹਿਲਾਂ ਗੁਰਦੁਆਰੇ ਉਹਦੇ ਗੇੜਾ ਕੱਢਦੇ, ਫਿਰ ਗਾਂ ਸ਼ਹੀਦਾਂ ਦੇ ਗੁਰਦੁਆਰੇ ਤੇ ਗੇੜਾ ਕੱਢਦੇ। ਤੇ ਵੀ ਸੰਤ ਜੀ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕਿ ਗੁਰਦੁਆਰੇ ਨੂੰ ਮੰਨਦੇ ਆ, ਤੁਹਾਡਾ ਮੁੱਖ ਗੁਰਦੁਆਰਾ ਕਿ ਗੁਰਬਾਣੀ ਹੈ। ਤੇ ਜਦੋਂ ਗੁਰਬਾਣੀ ਹੈ ਉਹ ਤਾਂ ਬਾਹਰ ਪਈ ਹੈ, ਤੇ ਇੱਟਾਂ ਦੇ ਗੁਰਦੁਆਰੇ ਦੇ ਮਗਰ ਦਿਵਾਲੇ ਗੇੜੇ ਕੱਢਣ ਦਾ ਕੀ ਤਾਤਪਰਜ। ਇਹ ਵੀ ਹੋ ਗਿਆ ਕਿ ਚੱਲਣਾ ਉੱਥੇ ਔਖਾ ਹੈ ਤੇ ਸੁਣਾ ਦੇਣਾ ਬੜਾ ਸੌਖਾ ਹੈ। ਅਸੀਂ ਨਿਯਮ ਕੀਤਾ। ਇੱਕ ਸਮਾਗਮ ਸੀ, ਅਸੀਂ ਬਹੁਤ ਚਿਰ ਤੋਂ ਗਏ, और मैं एक नहीं मेरे साथी भी है, वेदांती है। ये अपने जड़े कहनी है रहनी ते भी है। और साडा देख लो साज बाज तो लीरा लप्पे जोड़ के जंतर मंतर बनाए, मुंडे दिहाड़ी करते है। आपदे दिहाड़ी मजदूरी दे विचों ये कोई ना कोई चीज़ां बनाउंदे। इन्हां नूं शौक है कथा रिकॉर्ड करन दा, ये मुंडे कर लेंदे है। तो इस करके है असीं गए ते 2-3 वारी साडे नाल इह होया भी ये बाबा जी तो अथवा ज्ञानी जी तो अथवा मेरा नाम भी ले दिंदे, इन्हां तो माफी मंगदे। दूजियां तो जिहड़े जानदे नहीं उन्हां तो कथा सुनदे हैं। जिहड़े कुछ 6 महीनों दे विच ढोलकी वजाउण सिखे है उन्हां तो कीर्तन सुनदे हैं ते इन्हां तो माफी मंगदे हैं। वो असीं नियम बनाया। 93 ਦੇ ਵਿੱਚ ਮੈਂ ਅਸਤੀਫਾ ਦਿੱਤਾ। 93 ਤੋਂ ਬਾਅਦ ਗੁਰਦੁਆਰੇ 'ਚ ਪੈਰ ਨਹੀਂ ਰੱਖ ਕੇ ਵੇਖਿਆ ਗੁਰਦੁਆਰਾ ਕੀ ਹੁੰਦਾ। ਉਹ ਤੋਂ ਉਪਰੰਤ ਇਹ ਵੀ ਨਿਯਮ ਬਣਾ ਲਿਆ ਬੈਠਿਆਂ ਨੇ ਕਿ ਕਿਸੇ ਦੇ ਭੋਗ ਤੇ ਨਹੀਂ ਜਾਣਾ, ਕੋਈ ਮਰ ਜੇ ਕੋਈ ਗਲ ਜੇ ਨਹੀਂ ਜਾਣਾ। ਕਿਉਂ? ਅਸੀਂ ਉਹਨਾਂ ਨੂੰ ਨਹੀਂ ਸੁਣ ਸਕਦੇ ਜਿਹੜੇ ਵਿਗਾੜ ਰਹੇ ਆ ਦੁਨੀਆ ਨੂੰ। ਤੇ ਵੀ ਜਾ ਕੇ ਕੀ ਕਰਾਂਗੇ? ਅੰਤ ਨੂੰ ਇਹ ਕਹਿਣਾ ਬਾਬਾ ਜੀ ਤੋਂ ਮਾਫੀ ਮੰਗਦੇ ਆ। ਮੈਨੂੰ ਮਾਫੀ ਨਾ ਚਾਹੀਦੀ, ਨਾ ਮੇਰੇ ਕੋਲ ਕੋਈ ਮਾਫੀ ਹੈ। ਇਸ ਵਾਸਤੇ ਅਸੀਂ ਕਿਸੇ ਦੀ ਕਥਾ ਨਹੀਂ ਕਰਨ ਜਾਂਦੇ। ਹਾਂ ਜਾਣਦੇ ਆ ਕੋਈ ਆਦਰ ਨਾ ਸਾਡੇ ਨਿੱਕੇ ਕਿਰਤੀ ਬੰਦੇ ਹੈ, ਇਹਨਾਂ ਨਾਲ ਕਥਾ ਕਰਦੇ ਆ, ਸੁਣਦੇ ਆ, ਸੁਣਾਉਂਦੇ ਆ। ਇਹ ਆਪਣੀ ਮਿਹਨਤ ਕਰਦੇ ਆ, ਸਦਾ ਮਿਹਨਤ ਕਰਦੇ ਵੀ ਪ੍ਰਸੰਨ ਹੈ ਤੇ ਮਿਹਨਤ ਦਾ ਫਲ ਖਾਂਦੇ ਵੀ ਪ੍ਰਸੰਨ ਹੈ। ਤੇ ਬਾਕੀ ਜਿਹੜੇ ਧਨੇ ਪੁਰਸ਼ ਵੇਖੀਦੇ ਆ, ਧਨ ਕਮਾਉਂਦੇ ਵੀ ਪੀੜਤ ਚ ਹੈ ਤੇ ਧਨ ਦਾ ਫਲ ਖਾਂਦੇ ਵੀ ਪੀੜਤ ਚ ਹੈ। ਕਿਉਂ? ਉਸ ਵਸਤੂ ਤੋਂ ਆਨੰਦ ਸਰੂਪ ਤੋਂ ਇਹ ਭੁੱਲੇ ਹੋਏ।